ਮਜ਼੍ਹਬੀ ਸਿੱਖਾਂ ਬੁੰਗੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਹੋਇਆ ਨਜ਼ਰ ਆ ਰਿਹਾ, ਜਿਸ ਸੰਬੰਧੀ ਇੱਕ ਹੰਗਾਮੀ ਮੀਟਿੰਗ ਧਾਰਮਿਕ, ਸਮਾਜਿਕ ਅਤੇ ਬੁੱਧੀਜੀਵੀਆਂ ਦੀ ਮਦਦ ਦੇ ਨਾਲ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਕੀਤੀ ਗਈ। ਡਾਕਟਰ ਕਸ਼ਮੀਰ ਸਿੰਘ ਖੁੰਡਾ ਜੀ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਮੀਟਿੰਗ ਦੇ ਵਿੱਚ ਕਈ ਅਹਿਮ ਖੁਲਾਸੇ ਕੀਤੇ ਅਤੇ ਦੱਸਿਆ ਕਿ ਡਾਕਟਰ ਸਿਆਲਕਾ ਜੋ ਕਿ ਐਸੀ ਕਮਿਸ਼ਨ ਦੇ ਲੀਡਰ ਨੇ, ਉਹ ਸਾਡੀ ਮੀਟਿੰਗ ਨੂੰ ਰਾਜਨੀਤਿਕ ਰੰਗ ਦੇਣਾ ਚਾਹੁੰਦੇ ਨੇ, ਜਦਕਿ ਇਹ ਮੀਟਿੰਗ ਸਭਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਬੁਲਾਈ ਗਈ ਸੀ। ਅੱਗੇ ਬੋਲਦਿਆਂ ਉਹਨਾਂ ਨੇ ਮਜ਼੍ਹਬੀ ਸਿੱਖਾਂ ਬੁੰਗੇ ਅਤੇ ਹੋਰਨਾਂ ਬੁੰਗਿਆਂ ਦੇ ਬਾਰੇ ਵੀ ਕਈ ਅਹਿਮ ਜਾਣਕਾਰੀਆਂ ਸਾਨੂੰ ਦਿੱਤੀਆਂ। ਆਓ ਸੁਣਦੇ ਹਾਂ ਇੰਟਰਵਿਊ। ਮਜ਼੍ਹਬੀ ਸਿੰਘਾਂ ਬੁੰਗੇ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ SGPC ਸ਼੍ਰੋਮਣੀ ਕਮੇਟੀ ਦੇ ਨਾਲ ਜਥੇਬੰਦੀਆਂ ਦਾ ਵਿਵਾਦ ਚੱਲਦਾ ਆ ਰਿਹਾ ਹੈ। ਇਸ ਵਿਵਾਦ ਨੂੰ ਸੁਲਝਾਉਣ ਦੇ ਲਈ 4 ਜੁਲਾਈ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਮਾਲ ਵਿਖੇ ਇੱਕ ਵਿਸ਼ਾਲ ਕਾਨਫਰੰਸ ਬੁਲਾਈ ਗਈ, ਜਿਸ ਵਿੱਚ ਅਲੱਗ-ਅਲੱਗ ਧਾਰਮਿਕ, ਸਮਾਜਿਕ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਸੋ ਇਸ ਬਾਰੇ ਗੱਲਬਾਤ ਕਰਨ ਦੇ ਲਈ ਡਾਕਟਰ ਕਸ਼ਮੀਰ ਸਿੰਘ ਖੁੰਡਾ ਜੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਉਹਨਾਂ ਤੋਂ ਇਸ ਬਾਰੇ ਪੁੱਛਾਂਗੇ ਕਿ ਕੀ ਵਿਚਾਰ ਗੋਸ਼ਟੀ ਹੋਈ। ਸਭ ਤੋਂ ਪਹਿਲਾਂ ਸਰ, ਤੁਹਾਡਾ ਸਾਡੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, 4 ਤਰੀਕ ਨੂੰ ਜੋ ਮੀਟਿੰਗ ਬੁਲਾਈ ਗਈ ਆ ਮਾਲ, ਉਸ ਕਾਨਫਰੰਸ ਵਿੱਚ ਪਤਾ ਲੱਗਾ ਕਿ ਕਾਫੀ ਦੂਰ ਤੋਂ ਔਰ ਅਲੱਗ-ਅਲੱਗ ਧਾਰਮਿਕ, ਸਮਾਜਿਕ ਜਥੇਬੰਦੀਆਂ ਆਈਆਂ। ਉਸ ਮੀਟਿੰਗ ਵਿੱਚ ਕੀ ਵਿਚਾਰ ਗੋਸ਼ਟੀ ਹੋਈ, ਉਹਦੇ ਬਾਰੇ ਸਾਨੂੰ ਦੱਸੋ। ਪਹਿਲਾਂ ਤਾਂ ਮੈਂ ਸਰਦਾਰ ਮੇਜਰ ਸਿੰਘ ਜੀ ਸਿਤਾਰੇ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਸਪੈਸ਼ਲ ਮੇਰੇ ਗ੍ਰਹਿ ਵਿਖੇ ਆ ਕੇ ਮੇਰਾ ਮਾਣ ਵੀ ਵਧਾਇਆ ਅਤੇ ਸਾਡੀ ਸੰਸਥਾ ਦਲਿਤ ਐਂਡ ਮਾਈਨੋਰਟੀ ਆਰਗੇਨਾਈਜੇਸ਼ਨ ਵੱਲੋਂ ਜੋ ਪਹਿਲ ਕਦਮੀ ਕਰਦਿਆਂ ਹੋਇਆਂ ਸਮੁੱਚੇ ਭਾਈਚਾਰੇ ਨੂੰ, ਸਮੁੱਚੇ ਸਿੱਖ ਜਗਤ ਨੂੰ ਇਸ ਮੁੱਦੇ 'ਤੇ ਇਕੱਠਿਆਂ ਕਰਨ ਦੀ ਜੋ ਸਾਡੀ ਕੋਸ਼ਿਸ਼ ਹੈ, ਉਹਦੇ ਵਾਸਤੇ ਤੁਸੀਂ ਸਪੈਸ਼ਲ ਮੇਰੇ ਨਾਲ ਗੱਲਬਾਤ ਕਰਨ ਆਏ ਜੇ। ਇਸ ਲਈ ਮੈਂ ਤੁਹਾਡਾ ਅਤੇ ਤੁਹਾਡੇ ਚੈਨਲ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦਾ। ਰਹੀ ਗੱਲ ਹੈ ਇਸ ਮੁੱਦੇ ਨੂੰ ਸੁਲਝਾਉਣ ਦੀ, ਲੰਬੇ ਸਮੇਂ ਤੋਂ ਇਹ ਵਿਵਾਦ ਜਿਹੜਾ ਚੱਲ ਰਿਹਾ ਉਹ ਕਈ ਥਾਵਾਂ ਦੇ ਉੱਤੇ ਚੱਲਿਆ, ਉਹ ਕੋਰਟਾਂ ਦੇ ਵਿੱਚ ਵੀ ਰਿਹਾ, ਉਹ SGPC ਦੇ ਨਾਲ ਤਾਂ ਚਲੋ ਚੱਲ ਹੀ ਰਿਹਾ। ਅਤੇ ਇਹ ਜਿਹੜੇ ਬੁੰਗੇ ਨੇ, ਬੁੰਗਿਆਂ ਦਾ ਸੰਬੰਧ ਹੈ ਸਾਡੀ ਕਹਿ ਲਓ ਵੀ ਸਿੱਖ ਜਗਤ ਦੇ ਨਾਲ। ਅਰਦਾਸ ਵਿੱਚ ਵੀ ਆਉਂਦਾ ਹੈ, ਬੁੰਗਿਆਂ ਦੀ ਗੱਲ ਆਉਂਦੀ ਹੈ। ਫਿਰ ਬੁੰਗੇ ਚੌਂਕੀਆਂ ਬੁੰਗੇ ਅਟੱਲ ਆਉਂਦੀ ਹੈ। ਸੋ ਇਹ ਜਿਹੜੇ ਜੁਗੋ ਜੁਗ ਅਟੱਲ ਵਾਲੀ ਗੱਲ ਹੈ, ਇਹ ਜਿਹੜੇ ਬੁੰਗੇ ਬਣਾਏ ਗਏ ਸੀ ਉਹਨਾਂ ਦੇ ਵਿੱਚ ਇੱਕ ਬੁੰਗਾ ਹੈ ਬੁੰਗਾ ਮਜ਼੍ਹਬੀ ਸਿੱਖਾਂ ਜਾਂ ਬੁੰਗਾ ਮਜ਼੍ਹਬੀਆਂ। ਜਿਹੜੇ ਸੋਰਸ ਕੁਝ ਵੇਖੇ ਨੇ, ਜਿਵੇਂ 1864 ਦਾ ਮੈਂ ਇੱਕ ਫੋਟੋਗ੍ਰਾਫ ਵੇਖਿਆ, ਉਹਦੇ ਵਿੱਚ ਲਿਖਿਆ ਹੈ ਵੀ ਬੁੰਗਾ ਮਜ਼੍ਹਬੀਆਂ, ਠੀਕ ਹੈ ਜੀ। ਅਤੇ ਉਹਦੇ ਨਾਲ ਜਿਹੜਾ ਬੁੰਗਾ ਬਣਿਆ ਹੋਇਆ ਬੁੰਗਾ ਇਸ ਵੇਲੇ ਜੋ ਮੌਜੂਦ ਹੈ ਬੁੰਗਾ ਰਾਮਗੜੀਆਂ, ਅਤੇ ਬੁੰਗਾ ਮਜ਼੍ਹਬੀਆਂ ਅਤੇ ਬੁੰਗਾ ਰਾਮਗੜੀਆਂ ਦੇ ਵਿਚਾਲੇ ਛੋਟੇ-ਛੋਟੇ 2 ਬੁੰਗੇ ਸੀਗੇ। ਤਕਰੀਬਨ 82 ਕੁ ਬੁੰਗਿਆਂ ਦਾ ਜਿਹੜਾ ਜ਼ਿਕਰ ਮੈਂ ਜਿਹੜੀਆਂ ਵੱਖ-ਵੱਖ ਸੋਰਸਾਂ ਦੇ ਵਿੱਚ ਪੜ੍ਹਿਆ, ਕਈਆਂ ਦੇ ਵਿੱਚ ਕੁਛ ਹੈ। ਅਤੇ ਇਹਦਾ ਜਿਹੜਾ ਬੁੰਗਾ ਸਪੈਸ਼ਲ ਜਿਸ ਵਾਸਤੇ ਅਸੀਂ ਇਕੱਤਰਤਾ ਕੀਤੀ ਸੀਗੀ, ਕਾਨਫਰੰਸ ਕੀਤੀ ਸੀਗੀ, ਉਸ ਬੁੰਗੇ ਦਾ ਸੰਬੰਧ ਹੈ ਬੁੰਗਾ ਮਜ਼੍ਹਬੀ ਸਿੱਖਾਂ ਜਾਂ ਬੁੰਗਾ ਰੰਗਰੇਟਿਆਂ। ਸੋ ਇਸ ਕਾਨਫਰੰਸ ਮਤਲਬ ਕਿਹਦੇ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ ਔਰ ਕਿਸ ਤਰੀਕੇ ਨਾਲ ਆਰਗੇਨਾਈਜ਼ ਹੋਈ ਹੈ ਜੀ? ਇਹ ਕਾਨਫਰੰਸ ਦਾ ਜੋ ਆਯੋਜਨ ਕੀਤਾ ਗਿਆ ਸੀਗਾ, ਇਹ ਸਾਡੀ ਇੱਕ ਸੰਸਥਾ ਹੈ, ਤਕਰੀਬਨ 10 ਕੁ ਸਾਲ ਪਹਿਲਾਂ ਬਣੀ ਸੀਗੀ, ਅਤੇ ਉਹ ਸੰਸਥਾ ਹੈ ਦਲਿਤ ਐਂਡ ਮਾਈਨੋਰਟੀ ਆਰਗੇਨਾਈਜੇਸ਼ਨ। ਸੋ ਇਹ ਸੰਸਥਾ ਦੇ ਬਾਰੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸ ਦੇਵਾਂ ਵੀ 12 ਅਕਤੂਬਰ 2020 ਨੂੰ ਅਸੀਂ ਇੱਕ ਸ਼ਤਾਬਦੀ ਮਨਾ ਕੇ ਹਟੇ ਹਾਂ, ਅਤੇ ਉਸ ਸ਼ਤਾਬਦੀ ਦੇ ਵਿੱਚ ਦੁਨੀਆ ਭਰ ਦੇ ਜਿਹੜੇ ਵਧੀਆ ਸਕਾਲਰ, ਸਿੱਖ ਸਕਾਲਰ ਸੀਗੇ, ਉਹਨਾਂ ਨੇ ਵੈਬੀਨਾਰ ਰਾਹੀਂ ਇਹਦੇ ਵਿੱਚ ਹਿੱਸਾ ਲਿਆ। ਤਕਰੀਬਨ ਅਕਤੂਬਰ ਪਿਛਲੇ ਸਾਲ 10 ਦਿਨ ਦਾ ਇਹ ਜਿਹੜਾ ਸਾਡਾ ਚੱਲਿਆ ਵੈਬੀਨਾਰ ਚੱਲਿਆ, ਉਹਦੇ 'ਚ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਸੀਗੇ, ਉਹਨਾਂ ਨੇ ਇਸ ਗੱਲ 'ਤੇ ਬੁੱਧੀਜੀਵੀਆਂ ਨੇ ਜਿਸ ਨੂੰ ਦਲਿਤਾਂ ਦੇ ਵਾਸਤੇ ਮੈਂ ਇਹ ਜਿਹੜੀ ਗੱਲ ਸੀਗੀ ਵੀ ਇਹਨੂੰ ਰੀ ਐਂਟਰੀ ਆਫ ਦਲਿਤ ਸਿੱਖ ਇਨ ਦਰਬਾਰ ਸਾਹਿਬ ਅੰਮ੍ਰਿਤਸਰ ਸੈਂਚਰੀ, ਇਹ ਜਿਹੜੀ ਸੈਂਚਰੀ ਮਨਾਈ ਗਈ ਸੀਗੀ, ਇਹ ਦਲਿਤਾਂ ਦਾ ਨੂੰ ਜਦੋਂ ਦਰਬਾਰ ਸਾਹਿਬ ਦੇ ਵਿੱਚ ਵੜ ਨਹੀਂ ਸੀ ਦਿੱਤਾ ਜਾਂਦਾ, ਇਹਦਾ 12 ਅਕਤੂਬਰ 1920 ਨੂੰ ਦੁਬਾਰਾ ਇਹਨਾਂ ਦੀ ਰੀ ਐਂਟਰੀ ਹੋਈ ਸੀ। ਸੋ ਉਸ ਨੂੰ ਯਾਦ ਕੀਤਾ ਸੀਗਾ। ਉਹਦੇ ਵਾਸਤੇ ਇਸ ਗੱਲ ਨੂੰ, ਕਿਉਂਕਿ ਇਹ ਇੱਕ ਬੜਾ ਇੰਪੋਰਟੈਂਟ ਜਿਹੜਾ ਕਹਿ ਲਈਏ ਵੀ ਇੱਕ ਇਸ਼ੂ ਸੀਗਾ, ਉਸ ਇਸ਼ੂ ਨੂੰ ਯਾਦ ਕਰਨ ਵਾਸਤੇ ਵੀ ਉਹ ਜਿਹੜਾ ਹੋਇਆ ਉਹ ਦੁਬਾਰਾ
ਇਹ ਤਾਂ ਨਹੀਂ ਸਾਨੂੰ ਇਹ ਇਸ ਗੱਲ ਦਾ ਸਾਨੂੰ ਕੋਈ ਸ਼ੱਕ ਨਹੀਂ ਕਿ ਦੁਬਾਰਾ ਇੱਥੇ ਉਹ ਕਦੇ ਵੀ ਨਹੀਂ ਹੋਊਗਾ ਤੇ ਨਾ ਇਹ ਹੋ ਸਕਦਾ। ਇਸ ਗੱਲ ਤੇ ਸਾਨੂੰ ਕੋਈ ਸ਼ੱਕ ਨਹੀਂ, ਪਰ ਜਿਹੜੀਆਂ ਗੱਲਾਂ ਕੋਈ ਪਿਛੋਕੜ ਦੇ ਵਿੱਚ ਵਾਪਰੀਆਂ ਹੋਣ ਉਹਨਾਂ ਨੂੰ ਯਾਦ ਰੱਖਣਾ ਤੇ ਯਾਦ ਕਰਨਾ ਮੈਂ ਸਮਝਦਾ ਵੀ ਉਹ ਜ਼ਰੂਰੀ ਹੈ। ਸੋ ਇਹ ਸੰਸਥਾ ਨੇ ਦਲਿਤ ਐਂਡ ਮਾਈਨੋਰਟੀ ਆਰਗੇਨਾਈਜੇਸ਼ਨ ਦੇ ਬਹੁਤ ਸਾਰੇ ਮੇਰੇ ਸਤਿਕਾਰਯੋਗ ਸਾਥੀ ਸੀਗੇ, ਜਿਨ੍ਹਾਂ ਦੇ ਕਰਕੇ ਤੇ ਹੋਰ ਜਿਹੜੀਆਂ ਜਥੇਬੰਦੀਆਂ ਵੱਖੋ-ਵੱਖ ਜਥੇਬੰਦੀਆਂ ਸੀਗੀਆਂ, ਚੰਡੀਗੜ੍ਹ ਦੀਆਂ ਕੋਈ ਜਥੇਬੰਦੀਆਂ ਸੀਗੀਆਂ, ਕੁਝ ਮਾਲਵੇ ਦੀਆਂ ਜਥੇਬੰਦੀਆਂ, ਇਹਨਾਂ ਇਕੱਠੇ ਹੋ ਕੇ ਇਹ ਮਨਾਇਆ ਸੀਗਾ। ਤੇ 10 ਦਿਨ ਦਾ ਸਾਡੀ ਦਲਿਤ ਐਂਡ ਮਾਈਨੋਰਟੀ ਆਰਗੇਨਾਈਜੇਸ਼ਨ ਨੇ ਵੈਬੀਨਾਰ ਕੀਤਾ ਸੀਗਾ ਤੇ ਇਸੇ ਦੇ ਹੀ ਬੈਨਰ ਹੇਠ ਇਹ ਦਲਿਤ ਦਾ ਰੀ ਐਂਟਰੀ ਆਫ ਦਲਿਤ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ 12 ਅਕਤੂਬਰ 2020 ਨੂੰ ਮਨਾਈ ਗਈ ਸੀ। ਮਤਲਬ ਕਿ ਕਾਫੀ ਜਦੋਜਹਿਦ ਦੇ ਬਾਅਦ, ਮਿਹਨਤ ਕਰਨ ਦੇ ਬਾਅਦ ਵਿੱਚ ਔਰ ਅਲੱਗ-ਅਲੱਗ ਜਥੇਬੰਦੀਆਂ ਸਹਿਯੋਗ ਨਾਲ ਇਹ ਮੀਟਿੰਗ ਜਿਹੜੀ ਆ ਉਹ ਸਿਰੇ ਚੜ੍ਹੀ। ਜੀ ਮੈਂ ਇਹ ਮੈਂ ਆਪਣੀ ਆਰਗੇਨਾਈਜੇਸ਼ਨ ਦਾ ਪਿਛੋਕੜ ਦੱਸ ਰਿਹਾ ਸੀ ਵੀ ਇਹਨੇ ਕੀ ਕੀਤਾ, ਇਹਦੇ ਵਾਸਤੇ ਮੈਂ ਇਹ ਗੱਲ ਕਲੀਅਰ ਕਰ ਦੇਵਾਂ। ਤੇ ਫਿਰ ਇਸੇ ਹੀ ਕੜੀ ਦੇ ਵਿੱਚੋਂ, ਕਿਉਂਕਿ ਇਸ ਦਾ ਸੰਬੰਧ ਆ ਜੋ ਕਾਨਫਰੰਸ ਹੋਈ ਹੈ ਇਹ ਵੀ ਸਮਰਪਿਤ ਕੀਤੀ ਗਈ ਹੈ ਉਸੇ ਹੀ ਸੈਂਚਰੀ ਰੀ ਐਂਟਰੀ ਆਫ ਦਲਿਤ ਇਨ ਦਰਬਾਰ ਸਾਹਿਬ ਅੰਮ੍ਰਿਤਸਰ, ਉਹਨੂੰ ਹੀ ਇਹ ਸਮਰਪਿਤ ਕੀਤੀ ਗਈ ਕਾਨਫਰੰਸ ਸੀਗੀ। ਸੋ ਇਸ ਕਾਨਫਰੰਸ ਦੇ ਵਿੱਚ ਅਸੀਂ ਦਲਿਤ ਐਂਡ ਮਾਈਨੋਰਟੀ ਆਰਗੇਨਾਈਜੇਸ਼ਨ ਦੇ ਸਾਥੀਆਂ ਨੇ ਆਪਣੀ ਜਿਹੜੀ ID ਸੀਗੀ, ਉਸ ID ਦੇ ਉੱਤੋਂ ਸੋਸ਼ਲ ਮੀਡੀਆ 'ਤੇ ਇੱਕ ਪਹਿਲਾਂ ਆਪਾਂ ਮੀਟਿੰਗ ਕੀਤੀ। ਉਹ ਮੀਟਿੰਗ ਦੇ ਬਾਅਦ ਤੈਅ ਕੀਤਾ ਵੀ ਆਪਾਂ ਜੇ ਇਸ ਨੂੰ ਵਿਵਾਦ ਨੂੰ, ਜੋ ਬੁੰਗੇ ਦਾ ਵਿਵਾਦ ਹੈ, ਬੁੰਗਾ ਮਜ਼੍ਹਬੀ ਸਿੱਖਾਂ ਦਾ ਵਿਵਾਦ ਹੈ, ਉਹਨੂੰ ਹੱਲ ਕਰਨਾ ਤੇ ਉਹਦੇ ਵਾਸਤੇ ਸਮੁੱਚੀ ਕੌਮ ਨੂੰ, ਸਿਰਫ ਰੰਗਰੇਟੇ ਨੇ, ਸਮੁੱਚੀ ਸਿੱਖ ਜਗਤ ਨੂੰ ਇਹਦੇ ਤੇ ਇੱਕ ਮਤ ਹੋਣਾ ਚਾਹੀਦਾ ਵੀ ਜੇ ਉਹ ਬਣਿਆ ਸੀ, ਜੇ ਇਹਨਾਂ ਦੀ ਡਿਮਾਂਡ ਹੈ ਤੇ ਉਹ ਮਿਲਣਾ ਚਾਹੀਦਾ। ਸੋ ਇਸ ਵਾਸਤੇ ਅਸੀਂ ਇੱਕ ਯਤਨ ਕੀਤਾ ਸੀਗਾ। ਸਾਡੀ ਆਰਗੇਨਾਈਜੇਸ਼ਨ ਦੇ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਸੰਸਥਾਵਾਂ ਵੱਲੋਂ ਉਹਦੇ ਬਹੁਤ ਅੱਛੇ ਰਿਸਪੌਂਸ ਆਏ, ਟੈਲੀਫੋਨ ਆਏ, ਮੈਸੇਜ ਆਏ ਤੇ ਕਿਸੇ ਨਾ ਕਿਸੇ ਤਰ੍ਹਾਂ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਵੀ ਇਹ ਸਾਨੂੰ ਕਰਨਾ ਚਾਹੀਦਾ। ਸੋ ਇਸ ਕਰਕੇ ਆਪਾਂ 4 ਜੁਲਾਈ ਜਿਹੜੀ ਰੱਖੀ ਸੀਗੀ ਔਰ 4 ਜੁਲਾਈ ਦੀ ਜੋ ਕਾਨਫਰੰਸ ਰੱਖੀ ਗਈ, ਇਸ ਕਾਨਫਰੰਸ ਦੇ ਵਿੱਚ ਤਕਰੀਬਨ 20 ਜਥੇਬੰਦੀਆਂ ਇਕੱਤਰ ਹੋਈਆਂ। ਉਹ ਚੰਡੀਗੜ੍ਹ ਤੋਂ ਸੀਗੀਆਂ ਤੇ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚੋਂ ਇਹ ਜਿਹੜੀਆਂ ਸੰਸਥਾਵਾਂ ਸੀ ਉਹ ਇਕੱਠੀਆਂ ਹੋ ਕੇ ਸਿਰਫ ਇੱਕ ਗੱਲ ਤੇ ਇੱਕ ਕਹਿ ਦਈਏ ਸੂਤਰ, ਇੱਕ ਪੁਆਇੰਟ ਦੇ ਉੱਤੇ ਅਸੀਂ ਸਾਰਿਆਂ ਨੂੰ ਇਕੱਠਿਆਂ ਕਰਨ ਦਾ ਯਤਨ, ਬੁੰਗੇ ਨੂੰ ਲੈ ਕੇ ਜੀ, ਸਿਰਫ ਬੁੰਗੇ ਨੂੰ ਲੈ ਕੇ, ਕਿ ਜੇਕਰ ਇੱਕ ਮਸਲਾ ਹੱਲ ਹੋ ਜਾਂਦਾ ਤਾਂ ਸ਼ਾਇਦ ਜਿਹੜੇ ਬਾਕੀ ਮਸਲੇ ਨੇ, ਬਹੁਤ ਸਾਰੇ ਮਸਲੇ ਬਹੁਤ ਨੇ। ਵੇਖੋ ਪ੍ਰੋਬਲਮ ਜਿਹੜੀਆਂ ਨੇ ਰੰਗਰੇਟਿਆਂ ਦੀਆਂ ਜਾਂ ਮਜ਼੍ਹਬੀ ਸਿੱਖਾਂ ਦੀਆਂ ਸਮੁੱਚੇ ਜਿਹੜੀਆਂ ਇਸ ਵੇਲੇ ਪ੍ਰੋਬਲਮ ਤਾਂ ਸਾਰੀਆਂ ਚੱਲ ਰਹੀਆਂ, ਪਰ ਸਿੱਖੀਜ਼ਮ ਦੇ ਵਿੱਚ ਜਿਹੜਾ ਜੋ ਕੁਛ ਵਾਪਰ ਰਿਹਾ ਸੀ, ਆਪਾਂ ਪਿੰਡਾਂ ਦੇ ਵਿੱਚ ਹੀ ਵੇਖਦੇ, ਗੁਰਦੁਆਰਿਆਂ ਦੇ ਵਿੱਚ ਮਤੇ ਵੀ ਪਏ, ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਵੀ ਹੋਈਆਂ। ਅਸੀਂ ਚਾਹੁੰਦੇ ਵੀ ਜਿਹੜੇ ਗੁਰਦੁਆਰੇ ਨੇ ਘੱਟੋ ਘੱਟ ਉਹ ਗੁਰਦੁਆਰਿਆਂ ਦੇ ਵਿੱਚ ਜਿਹੜੀ ਇਹੋ ਜਿਹਾ ਜਿਹੜਾ ਵਿਤਕਰਾ ਹੁੰਦਾ ਉਹ ਵਿਤਕਰਾ ਨਹੀਂ ਹੋਣਾ ਚਾਹੀਦਾ। ਤੇ ਅਸੀਂ ਚਾਹੁੰਦੇ ਕਿ ਜੇ ਇਹ ਜੋ ਬਣਿਆ ਹੋਇਆ ਸਥਾਨ ਸੀਗਾ, ਜੋ ਸੈਂਚਰੀ ਤੋਂ ਸਥਾਨ ਬਣਿਆ ਹੋਇਆ ਸੀਗਾ, ਉਸ ਸੈਂਚਰੀ ਦੇ ਵਿੱਚ ਵੇਖੋ ਗੁਰੂ ਰਾਮਦਾਸ ਦਾ ਜਿਹੜਾ ਘਰ ਹੈ ਉਹ ਵੱਡਾ ਹੈ, ਪਰ ਇਹਦੇ ਵਿੱਚ ਇੱਕ ਛੋਟੀ ਜਿਹੀ ਥਾਂ ਸੀਗੀ ਜਿਹੜਾ ਬੁੰਗਾ ਜੇਰ ਜੀ ਸਿਰਫ ਆਣ ਕੇ ਜਿਹੜੇ ਇੱਥੇ ਮਜ਼੍ਹਬੀ ਸਿੱਖ ਦੂਰੋਂ ਆਉਂਦੇ ਸਨ, ਇੱਥੇ ਆ ਕੇ ਰਿਹਾ ਕਰਦੇ ਸੀਗੇ। ਸੋ ਉਸ ਨੂੰ ਅਸੀਂ ਜਿਹੜਾ ਬਣਾਉਣਾ ਚਾਹੁੰਦੇ, ਭਾਵੇਂ ਇੱਥੇ ਸਰਾਵਾਂ ਨੇ ਹੁਣ ਬਣ ਗਈਆਂ ਨੇ, ਪਰ ਕਿਉਂਕਿ ਇਸ ਦਾ ਸੰਬੰਧ ਸਾਡੇ ਇਤਿਹਾਸ ਨਾਲ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਹਿਸਟੋਰੀਕਲ ਪਲੇਸ ਹੈ, ਉਹ ਹਿਸਟੋਰੀਕਲ ਪਲੇਸ ਜਿਹੜੀ ਆ ਮੁੜ ਸਥਾਪਿਤ ਜਿਹੜੀ ਹੋਣੀ ਚਾਹੀਦੀ ਹੈ। ਲੇਕਿਨ ਸਰ ਇੱਕ ਅਖਬਾਰ ਦੀ ਕਟਿੰਗ ਹੈ, ਜਿਵੇਂ ਕਿ ਤੁਸੀਂ ਦੱਸਿਆ ਕਿ ਮੀਟਿੰਗ ਨੂੰ ਕਿਸ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ। ਇੱਕ ਅਖਬਾਰ ਦੀ ਕਟਿੰਗ ਦੇ ਵਿੱਚ ਜੋ ਐਸਸੀ ਕਮਿਸ਼ਨ ਨਾਲ ਜੁੜੇ ਲੀਡਰ ਨੇ ਆਪਣੇ ਤਰਸੇਮ ਸਿੰਘ ਸਿਆਲਕਾ ਜੀ, ਉਹਨਾਂ ਵੱਲੋਂ ਉਸ ਅਖਬਾਰ ਦੇ ਵਿੱਚ ਦੱਸਿਆ ਗਿਆ ਵਾ ਕਿ ਉਹਨਾਂ ਦੀ ਜਦੋਜਹਿਦ ਦੇ ਬਾਅਦ, ਉਹਨਾਂ ਦੇ ਕਹਿਣ ਤੋਂ ਬਾਅਦ ਇਹ ਮੀਟਿੰਗ ਆਰਗੇਨਾਈਜ਼ ਕੀਤੀ ਗਈ ਔਰ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ 200 ਜਥੇਬੰਦੀ ਇਕੱਠੀ ਹੋਈ ਆ। ਉਹਦੇ ਬਾਰੇ ਤੁਸੀਂ ਕੁਝ ਬੋਲਣਾ ਚਾਹੋਗੇ? ਤੁਹਾਡੇ ਮੁਤਾਬਿਕ 18 ਜਥੇਬੰਦੀ ਇਕੱਠੀ ਹੋਈ ਆ। ਜੀ ਵੇਖਿਓ, ਜੋ ਸਾਡੇ ਕੋਲ ਹਾਜ਼ਰੀ ਹੈ, ਸਾਡੇ ਕੋਲ 20 ਜਥੇਬੰਦੀਆਂ ਦੀ ਹਾਜ਼ਰੀ ਹੈ, 20 ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ। ਤੇ ਇਹ ਜੇ ਇਕੱਠੀਆਂ ਹੋਈਆਂ ਤੇ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਾ ਵੀ ਇਹਨੂੰ ਦਲਿਤ ਐਂਡ ਮਾਈਨੋਰਟੀ ਆਰਗੇਨਾਈਜੇਸ਼ਨ ਦੇ ਬੈਨਰ ਦੇ ਹੇਠ ਇਕੱਠਿਆਂ ਕੀਤਾ ਗਿਆ ਸੀਗਾ। ਉਸ ਬੈਨਰ ਤੋਂ ਜਿਹੜੀ ਆਵਾਜ਼ ਦਿੱਤੀ ਗਈ ਸੀ, ਇਸ ਬੈਨਰ ਹੇਠ ਵੇਖੋ ਸਾਡਾ ਇਸ ਜਿਹੜੀ ਸੰਸਥਾ ਹੈ ਦਲਿਤ ਐਂਡ ਮਾਈਨੋਰਟੀ ਆਰਗੇਨਾਈਜੇਸ਼ਨ, ਇਹਦਾ ਸਿਆਲਕਾ ਸਾਹਿਬ ਦਾ ਸਾਡੇ ਹੈਗੇ ਨੇ ਸਤਿਕਾਰਯੋਗ ਨੇ, ਪਰ ਉਹ ਸਾਡੇ ਕਿਉਂਕਿ ਇਸ ਸੰਸਥਾ ਦੇ ਮੈਂਬਰ ਵੀ ਨਹੀਂ ਹਨ, ਇਸ ਲਈ ਉਹਨਾਂ ਦਾ ਇਸ ਪ੍ਰਤੀ ਕੋਈ ਯੋਗਦਾਨ ਹੋਵੇ, ਉਹਨਾਂ ਨੇ ਕਿਸੇ ਨੂੰ ਕਿਹਾ ਹੋਵੇ, ਉਹਨਾਂ ਨੇ ਕੋਈ ਅਪੀਲ ਕੀਤੀ ਹੋਵੇ, ਘੱਟੋ ਘੱਟ ਸਾਡੀ ਜਿਹੜੀ ਸੰਸਥਾ ਹੈ ਉਸ ਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਵੀ ਕਿਹਨੂੰ ਉਹਨਾਂ ਕਿਹਾ ਤੇ ਕਿਹੜੀਆਂ ਸੰਸਥਾਵਾਂ ਉਹਨਾਂ ਦੇ ਕਹਿਣ 'ਤੇ ਆਈਆਂ। ਤੇ ਨਾ ਹੀ ਜਿਸ ਦਿਨ 4 ਜੁਲਾਈ ਨੂੰ ਇੱਥੇ ਕਾਨਫਰੰਸ ਹੋਈ ਆ, ਉਸ ਦਿਨ ਕਿਸੇ ਵੀ ਵਿਅਕਤੀ ਨੇ ਨਾ ਤਾਂ ਸਿਆਲਕਾ ਸਾਹਿਬ ਜਾਂ ਹੋਰ ਵੀ ਕਿਸੇ ਵੀ ਜਿਹੜੇ ਪੋਲੀਟੀਕਲ ਵਿਅਕਤੀ ਦਾ ਨਾਂ
ਇੱਥੇ ਆਣ ਕੇ ਨਹੀਂ ਲਿਆ ਵੀ ਸਾਨੂੰ ਸੋ ਐਂਡ ਸੋ ਵਿਅਕਤੀ ਨੇ ਸਾਨੂੰ ਇੱਥੇ ਭੇਜਿਆ ਹੈ। ਸੋ ਮੈਨੂੰ ਜਿਹੜਾ ਲੱਗਦਾ ਹੈ ਕਿ ਇਹ ਜੋ ਸਿਆਲਕਾ ਸਾਹਿਬ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਉਹਨਾਂ ਨੂੰ ਇਸ ਤਰ੍ਹਾਂ ਦੀ ਸਟੇਟਮੈਂਟ ਨਹੀਂ ਸੀ ਦੇਣੀ ਚਾਹੀਦੀ, ਅਤੇ ਗਾਂ ਤੋਂ ਨਾਲ ਹੀ ਵੀ ਆਪਾਂ ਦੂਸਰਿਆਂ ਵੀ ਜਿਹੜੀਆਂ ਪੋਲੀਟੀਕਲ ਜਥੇਬੰਦੀਆਂ ਨੇ ਜਾਂ ਪਾਰਟੀਆਂ ਨੇ ਅਸੀਂ ਉਹਨਾਂ ਨੂੰ ਵੀ ਜਿਹੜੀ ਬੇਨਤੀ ਕਰਾਂਗੇ ਅਤੇ ਅਪੀਲ ਵੀ ਕਰਾਂਗੇ ਕਿ ਕਿਉਂਕਿ ਇਹ ਸਮੁੱਚੀ ਇੱਕ ਧਾਰਮਿਕ ਵਿਸ਼ੇ ਨੂੰ ਲੈ ਕੇ ਇਹ ਕਾਨਫਰੰਸ ਬੁਲਾਈ ਗਈ ਸੀ। ਅਸੀਂ ਸਮੁੱਚੇ ਲੋਕਾਂ ਨੂੰ ਇਕੱਤਰ ਕਰ ਰਹੇ, ਕਿਸੇ ਪਾਰਟੀ ਦੇ ਲੋਕਾਂ ਨੂੰ ਨਹੀਂ, ਨਾ ਕਿਸੇ ਪਾਰਟੀ ਦੇ ਵਾਸਤੇ। ਅਸੀਂ ਸਮੁੱਚੇ ਸਾਰੇ, ਮੇਰੀ ਜਿਹੜੀ ਆ ਅਲੱਗ ਜਿਹੜੀ ਪੋਲੀਟੀਕਲ ਸੋਚ ਹੋ ਸਕਦੀ, ਤੁਹਾਡੀ ਅਲੱਗ ਹੋ ਸਕਦੀ, ਸਾਰੇ ਲੋਕਾਂ ਦੀ ਵੱਖੋ-ਵੱਖ ਹੋ ਸਕਦੀ। ਫਿਰ ਅਸੀਂ ਉਸ ਕਾਨਫਰੰਸ ਨੂੰ ਕਿਸੇ ਪਾਰਟੀ ਦੇ ਪ੍ਰੋ ਕਰ ਦਈਏ ਜਾਂ ਕਿਸੇ ਪਾਰਟੀ ਦਾ ਉਹਨੂੰ ਹਿੱਸਾ ਬਣਾ ਦਈਏ, ਤਾਂ ਇਹ ਸਹੀ ਗੱਲ ਨਹੀਂ ਹੈ। ਅਤੇ ਇਹ ਵੀ ਜਿਹੜਾ ਇਹ ਬਿਆਨ ਹੈ, ਮੈਂ ਸਮਝਦਾ ਵੀ ਉਹ ਸਹੀ ਨਹੀਂ ਹੈ ਬਿਆਨ। ਅਤੇ ਮੈਂ ਤਾਂ ਇਹ ਵੀ ਜਿਹੜੀ ਬੇਨਤੀ ਕਹੂੰਗਾ ਵੀ ਇਹਨਾਂ ਨੂੰ ਇਹ ਘੱਟੋ ਘੱਟ ਇਹ ਜਿਹੜਾ ਬਿਆਨ ਆ ਕਿਸੇ ਤੋਂ ਪੁੱਛ ਲੈਣਾ ਚਾਹੀਦਾ ਸੀਗਾ, ਕਿਸੇ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਜਾਂ ਇਹਨਾਂ ਨੂੰ ਇੰਨਾ ਦਰਦ ਸੀਗਾ ਤਾਂ ਘੱਟੋ ਘੱਟ ਕਾਨਫਰੰਸ ਦੇ ਵਿੱਚ ਆਉਂਦੇ, ਕਾਨਫਰੰਸ ਦੇ ਵਿੱਚ ਆਣ ਕੇ ਆਪਣੀ ਕੰਟਰੀਬਿਊਸ਼ਨ ਜਿਹੜੀ ਦਿੰਦੇ, ਫਿਜ਼ੀਕਲ ਆਉਂਦੇ, ਆਪਣੇ ਨਾਲ ਸਾਥੀਆਂ ਨੂੰ ਲਿਆਉਂਦੇ, ਆਪਣੇ ਨਾਲ ਸਾਥੀਆਂ ਨੂੰ ਲਿਆ ਕੇ ਇਹਨਾਂ ਨੂੰ ਇਕੱਠਿਆਂ ਹੋ ਕੇ ਇਹਦੇ 'ਚ ਆਉਣਾ ਚਾਹੀਦਾ। ਕਿਉਂਕਿ ਅਸੀਂ ਕਿਸੇ ਵੀ ਵਿਅਕਤੀ ਨੂੰ, ਭਾਵੇਂ ਉਹ ਵੱਡਾ ਜਾਂ ਛੋਟਾ ਲੀਡਰ ਹੈ, ਅਸੀਂ ਕਿਸੇ ਵਾਸਤੇ ਇਹ ਬੰਦਿਸ਼ ਨਹੀਂ ਸੀ ਰੱਖੀ। ਆ ਕੋਈ ਵੀ ਸਕਦਾ, ਪਰ ਸੰਗਤ ਦੇ ਰੂਪ ਦੇ ਵਿੱਚ ਇਹ ਨਹੀਂ। ਅਗਰ ਕਿਸੇ ਲੀਡਰ ਨੇ ਕੋ ਕਾਂਗਰਸੀ ਵੀ, ਬੀਜੇਪੀ ਕੋਈ ਵੀ ਹੋਵੇ, ਅਗਰ ਉਹਨੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਹੋਵੇ ਕਿ ਉਹਦੀ ਐਂਟਰੀ ਹੈ ਜਾਂ ਨਹੀਂ? ਵੇਖੋ, ਆਪਾਂ ਪਹਿਲਾਂ ਇਹ ਗੱਲ ਕਹਿ ਚੁੱਕੇ ਹਾਂ ਵੀ ਇਹਦੇ ਵਿੱਚ ਸਮੁੱਚਾ ਜਗਤ, ਅਤੇ ਸਮੁੱਚੇ ਜਗਤ ਦੇ ਵਿੱਚ ਉਹ ਜਿਹੜੇ ਪਾਰਟੀਆਂ ਹੁੰਦੀਆਂ ਨੇ ਉਹ ਛੋਟੀਆਂ ਹੋ ਜਾਂਦੀਆਂ ਨੇ। ਇਸ ਕਰਕੇ ਜਦੋਂ ਇੱਕ ਧਾਰਮਿਕ ਮੁੱਦਾ ਹੈ, ਉਹਦੇ ਨਾਲ ਇੱਕ ਸੈਂਸਿਟਿਵ ਮੁੱਦਾ ਹੈ, ਮਨੋਵਿਗਿਆਨਕ ਤੇ ਸਾਰੇ ਜੁੜੇ ਹੋ ਸਕਦੇ ਨੇ, ਮੈਂ ਵੀ ਜੁੜਿਆ ਹੋ ਸਕਦਾ, ਵੱਡੇ ਲੀਡਰ ਛੋਟੇ ਲੀਡਰ ਸਾਰੇ ਜੁੜੇ ਹੋ ਸਕਦੇ ਨੇ। ਇਸ ਲਈ ਕਿਉਂਕਿ ਉਹ ਜਿਸ ਪਾਰਟੀ ਦਾ ਵਿਅਕਤੀ ਹੈ, ਉਹ ਪਾਰਟੀ ਦੀ ਵਿਚਾਰਧਾਰਾ ਜਾਂ ਉਹ ਪਾਰਟੀ ਉਹਨਾਂ ਨੂੰ ਮੁਬਾਰਕ ਹੈ। ਅਸੀਂ ਚਾਹੁੰਦੇ ਹਾਂ ਕਿ ਜਿਸ ਵੀ ਵਿਅਕਤੀ ਵਿਸ਼ੇਸ਼ ਨੇ, ਕਿਸੇ ਪਾਰਟੀ ਦਾ ਵੀ, ਜਿਸ ਦਾ ਵੀ ਉਹ ਨੁਮਾਇੰਦਾ ਹੈ, ਅਗਰ ਇਹਦੇ 'ਚ ਆਉਣਾ ਹੈ ਤਾਂ ਉਹ ਫਿਰ ਆਪਣੀ ਜਿਹੜੀ ਪੋਲੀਟੀਕਲ ਰੋਟੀਆਂ ਸੇਕਣ ਵਾਲੀ ਗੇਮ ਆ ਨਾ, ਉਹਨੂੰ ਪਰੇ ਰੱਖ ਕੇ ਆਵੇ ਅਤੇ ਸਾਡੇ ਨਾਲ ਸੰਗਤੀ ਰੂਪ ਦੇ ਵਿੱਚ ਆਉਣ, ਸੰਸਥਾਗਤ ਰੂਪ ਦੇ ਵਿੱਚ ਆਉਣ ਕੇ ਸਾਡੇ 'ਚ ਸ਼ਾਮਲ ਹੋਣ। ਪੂਰਾ ਮਾਣ ਸਤਿਕਾਰ ਜਿਹੜਾ ਆਊਗਾ। ਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 4 ਦਰਵਾਜ਼ੇ ਨੇ ਔਰ ਸਿਰਮੌਰ ਸੰਸਥਾ ਕਿਹਾ ਜਾਂਦਾ ਵਾ, ਔਰ ਉਸੇ ਨਾਲ ਹੀ ਬੁੰਗੇ ਨੂੰ ਲੈ ਕੇ ਲੜਾਈ, ਇਹ ਥੋੜ੍ਹੀ ਗੱਲ ਸਮਝ ਨਹੀਂ ਆਉਂਦੀ, ਕਾਰਨ ਕੀ ਇਹਦੇ ਪਿੱਛੇ? ਗੱਲ ਇਹ ਹੈ ਜੀ, ਵੇਖੋ, ਜਦੋਂ ਅਸੀਂ ਇਹਨਾਂ ਕਾਰਨਾਂ ਨੂੰ ਫਰੋਲਣ 'ਚ ਲੱਗਾਂਗੇ ਨਾ, ਉਹਦੇ ਪਿੱਛੇ ਨੈਗੇਟਿਵ ਪੋਜ਼ੀਟਿਵ ਇੱਕ ਨਵੀਂ ਕਹਿ ਲਓ ਵੀ ਇੱਕ ਵਿਵਾਦ ਪੈਦਾ ਹੋ ਜਾਂਦਾ, ਅਤੇ ਅਸੀਂ ਉਹ ਵਿਵਾਦ ਪੈਦਾ ਨਹੀਂ ਕਰਨਾ ਚਾਹੁੰਦੇ। ਅਸੀਂ ਸਿਰਫ ਜਿਹੜਾ ਵਿਵਾਦ ਪੈਦਾ ਹੋਇਆ, ਆਲਰੇਡੀ ਜਿਹੜਾ ਪੈਦਾ ਹੋ ਚੁੱਕਿਆ, ਅਸੀਂ ਉਸ ਨੂੰ ਸੁਲਝਾਉਣਾ ਚਾਹੁੰਦੇ। ਕਾਰਨ ਕੋਈ ਰਹੇ ਹੁਣ, ਕਿਸੇ ਕਾਰਨ ਕਰਕੇ ਉਹਨੂੰ ਢਾਹ ਦਿੱਤਾ ਗਿਆ ਹੋਵੇ, ਉਹ ਕਾਰਨ ਭਾਵੇਂ ਇਹਦੀ ਸੁੰਦਰਤਾ ਦਾ ਸੀਗਾ, ਪਰ ਜੇ ਸੁੰਦਰਤਾ ਦੇ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਇਸ ਵੇਲੇ ਬੁੰਗਾ ਉੱਥੇ ਰਾਮਗੜੀਆਂ ਦਾ ਵੀ ਮੌਜੂਦ ਹੈ। ਠੀਕ ਹੈ ਨਾ, ਕਿਉਂਕਿ ਅਸੀਂ ਜੇ ਉਹ ਵੀ ਇਤਿਹਾਸਿਕ ਆ, ਅਤੇ ਇਹ ਬੁੰਗਾ ਮਜ਼੍ਹਬੀ ਸਿੰਘਾਂ ਦਾ ਜਿਹੜਾ ਸੀਗਾ, ਬੁੰਗਾ ਮਜ਼੍ਹਬੀਆਂ ਜਾਂ ਬੁੰਗਾ ਰੰਗਰੇਟੇ ਗੁਰੂ ਕੇ ਬੇਟੇ, ਨਾ ਕੋਈ ਵੀ ਇਹਨੂੰ ਦਿੱਤਾ ਜਾ ਸਕਦਾ। ਉਹ ਜਿਹੜਾ ਬੁੰਗਾ ਸੀਗਾ ਉਹ ਰਹਿਣਾ ਚਾਹੀਦਾ ਸੀਗਾ, ਅਤੇ ਅੱਜ ਅਸੀਂ ਇਹ ਡਿਮਾਂਡ ਕਰਦੇ ਵੀ ਜੋ ਬੁੰਗਾ ਸੀਗਾ, ਜਿਸ ਸਥਾਨ 'ਤੇ ਸੀਗਾ, ਉਸ ਸਥਾਨ 'ਤੇ ਉਹ ਬੁੰਗੇ ਦੀ ਮੁੜ ਉਸਾਰੀ ਹੋਣੀ ਚਾਹੀਦੀ ਹੈ। ਸਰ, ਵੋਟਾਂ ਦਾ ਸਮੇਂ ਆ, ਵੱਧ ਤੋਂ ਵੱਧ 6-7 ਮਹੀਨੇ ਕਿਹਾ ਜਾ ਰਿਹਾ ਵਾ ਕਿ ਇੰਨਾ ਕੀ ਰਹਿ ਗਿਆ ਵਾ, ਜਿੱਥੇ ਕਾਫੀ ਦੇਖਿਆ ਗਿਆ ਵਾ ਕਿ ਜਦੋਂ ਇਲੈਕਸ਼ਨ ਦਾ ਸਮੇਂ ਆਉਂਦਾ ਵਾ ਤਾਂ ਧਾਰਮਿਕ ਮੁੱਦੇ ਉੱਠਦੇ ਨੇ। ਕਿਤੇ ਇਹ ਵੀ ਜੇ ਕਾਨਫਰੰਸਾਂ 'ਚ ਹੋ ਰਹੀਆਂ ਵਾ ਜਾਂ ਬੁੰਗੇ ਦੀ ਗੱਲ ਹੋ ਰਹੀ ਆ, ਕਿਤੇ ਇਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ? ਮੇਰਾ ਖਿਆਲ ਵੀ ਇਹਦੇ ਨਾਲ ਇਹਦਾ ਕੋਈ ਸੰਬੰਧ ਨਹੀਂ, ਕਿਉਂਕਿ ਇਹ ਤਾਂ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ। ਇਹ 'ਤੇ ਕੇਸ ਜਿਹੜੇ ਨੇ, ਮੇਰੇ 1966 ਦੇ ਵਿੱਚ ਵੀ ਇੱਕ ਕੇਸ ਸੀਗਾ ਇਹ 'ਤੇ ਚੱਲਦਾ, ਜਿਹੜਾ ਮੇਰੇ ਧਿਆਨ ਦੇ ਵਿੱਚ ਆਇਆ, ਉਹ ਵੀ ਉਦੋਂ ਵੀ ਇੱਕ ਕੇਸ ਜਿਹੜਾ ਚੱਲਦਾ ਸੀ, ਉਦੋਂ ਵੀ ਜਿੱਤੇ ਗਏ ਨੇ। ਸੋ ਇਹ ਜਿਹੜਾ ਕੇਸ ਹੈ, ਇਹਨੂੰ ਚੱਲਦਿਆਂ ਲਮਕਦਿਆਂ ਇਹਦੀ ਬੁੰਗੇ ਦੀ ਡਿਮਾਂਡ ਕਰਦਿਆਂ ਇਹ ਬੁੰਗਾ ਢਾਇਆ ਗਿਆ, ਉਹਨੂੰ 1 ਵਾਰੀ ਢਾਇਆ ਗਿਆ, 2 ਵਾਰੀ ਢਾਇਆ ਗਿਆ, 3 ਵਾਰੀ ਢਾਇਆ ਗਿਆ, ਉਹਦੇ ਕਿੰਨੇ ਹਿੱਸਿਆਂ 'ਚ ਢਾਇਆ ਗਿਆ, ਉਹਨੂੰ ਫਿਰ ਜਿਹੜਾ ਕਹਿ ਲਓ ਵੀ ਜਿਹਦਾ ਇਹਦਾ ਪੂਰੀ ਤਰ੍ਹਾਂ ਫਿਨਿਸ਼ ਹੁੰਦਾ ਨਾ, ਉਹ ਹੁੰਦਾ 1975 ਦੇ ਵਿੱਚ। ਅਤੇ 1975 ਦੇ ਵਿੱਚ ਕਹਿ ਲਓ ਵੀ ਹੁਣ ਬਹੁਤਾ ਸਮਾਂ ਵੀ ਨਹੀਂ ਆਪਾਂ ਕਹਿ ਸਕਦੇ, 40-45 ਸਾਲ ਹੋਏ ਨੇ, ਅਤੇ ਉਹ ਵਿਅਕਤੀ ਜਿਹੜੇ ਉਹ ਬੁੰਗੇ ਦੇ ਵਿੱਚ ਰਹਿੰਦੇ ਸੀਗੇ, ਤਕਰੀਬਨ 20 ਸਾਲ ਉਹ ਬੁੰਗੇ ਦੇ ਵਿੱਚ ਖੇਡੇ ਮੱਲੇ ਜਵਾਨ ਹੋਏ। ਉਹ ਵਿਅਕਤੀ ਜਾਂ ਉਹ ਪਰਿਵਾਰ ਜਿਹੜਾ ਉਹ ਸਾਡੇ ਨਾਲ ਹੈ, ਉਹਨਾਂ ਨੇ ਸਾਰੀ ਗੱਲ ਵੀ ਸਾਨੂੰ ਸਮਝਾਈ ਵੀ ਆ, ਦੱਸੀ, ਅੱਜ ਮੌਜੂਦ ਨੇ, ਸਾਡੇ ਨਾਲ ਨੇ, ਹਰ ਤਰ੍ਹਾਂ ਦਾ ਸਾਥ ਉਹ ਦੇ ਰਹੇ ਨੇ, ਅਤੇ ਉਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਤੁਹਾਡੇ ਨਾਲ ਹਰ ਤਰ੍ਹਾਂ ਦਾ ਜਿਹੜਾ ਸਹਿਯੋਗ ਕਰਾਂਗੇ। ਇਸ ਲਈ ਅਸੀਂ ਸਮੁੱਚੀ ਕੌਮ ਨੂੰ, ਭਾਵੇਂ ਉਹ ਕੋਈ ਜਥੇਬੰਦੀ ਆ, ਭਾਵੇਂ ਕੋਈ ਕਿਸੇ ਪੋਲੀਟੀਕਲ ਪਾਰਟੀ ਦੇ ਵਿੱਚ, ਅਸੀਂ ਉਹਨੂੰ ਜੀ ਆਇਆਂ ਆਖਦੇ ਹਾਂ, ਅਤੇ ਇਹ ਕਹਾਂਗੇ ਵੀ ਆਪਣੀ ਪੋਲੀਟੀਕਲ ਸੋਚ ਤਿਆਗਦੇ ਹੋਏ ਜਦੋਂ ਸਾਡੇ ਵਿੱਚ ਆਉਣਾ,
ਉਹਨਾਂ ਦੀ ਸੋਚ ਉਹਨਾਂ ਨੂੰ ਮੁਬਾਰਕ ਆ। ਸਾਡੇ ਨਾਲ ਉਹ ਇਸ ਧਾਰਮਿਕ ਮੁੱਦੇ ਤੇ ਉਹਨਾਂ ਦੀ ਪੋਲੀਟੀਕਲ ਸੋਚ ਜਾਂ ਪੋਲੀਟੀਕਲ ਰੋਟੀਆਂ ਸੇਕਣਾ ਜੇ ਕੋਈ ਆਉਣਾ ਚਾਹੁੰਦਾ ਹੈ ਤੇ ਉਹਦਾ ਸਾਨੂੰ ਪਤਾ ਲੱਗ ਜਾਂਦਾ। ਠੀਕ। ਇਸ ਲਈ ਜੇ ਉਸ ਕਾਨਫਰੰਸ ਦੇ ਵਿੱਚ ਜੋ ਗੱਲ ਹੋਈ ਆ, ਹੁਣ ਰਿਜ਼ਲਟ ਕੀ ਨਿਕਲਿਆ ਔਰ ਕੀ ਸਿੱਟਾ ਨਿਕਲਿਆ, ਕੀ ਕਰਨਾ ਚਾਹੀਦਾ? ਅਸੀਂ ਇਹ ਕਰਨਾ ਚਾਹਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੇ 20 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਤੇ 20 ਤੋਂ ਆਪਾਂ ਚਾਹਾਂਗੇ ਵੀ ਇਹਨਾਂ ਦੀ ਗਿਣਤੀ ਜਿਹੜੀ ਹੋਰ ਵਧੇ। ਰੰਗਰੇਟਾ ਖਾਸ ਕਰ ਰੰਗਰੇਟਾ ਜਥੇਬੰਦੀਆਂ ਉਹਨਾਂ ਦੀ ਗਿਣਤੀ ਹੋਰ ਵਧੇ। ਬਾਕੀਆਂ ਦਾ ਵੀ ਸਵਾਗਤ ਹੈ ਜੋ ਇਸ ਸੋਚ ਤੇ ਪਹਿਰਾ ਦਿੰਦੀ ਵੀ ਹਾਂ ਇਹਨਾਂ ਦੇ ਨਾਲ ਜੇ ਧੱਕਾ ਹੋਇਆ ਤੇ ਉਹ ਧੱਕਾ ਨਹੀਂ ਸੀ ਹੋਣਾ ਚਾਹੀਦਾ। ਜੇ ਇਹਨਾਂ ਦੀ ਸਹੀ ਮੰਗ ਆ, ਸਾਡੀ ਮੰਗ ਨੂੰ ਸਹੀ ਠਹਿਰਾਉਂਦੇ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਉਹ ਰੰਗਰੇਟਾ ਜਥੇਬੰਦੀਆਂ ਹੋਣ ਨਾ ਉਹਨਾਂ ਰੰਗਰੇਟਾ ਜਥੇਬੰਦੀਆਂ ਹੋਣ, ਉਹ ਸਭਨਾਂ ਦਾ ਸਵਾਗਤ ਹੈ। ਸੋ ਇਹ ਸਨ ਡਾਕਟਰ ਕਸ਼ਮੀਰ ਸਿੰਘ ਜੀ ਖੁੰਡਾ। ਉਹਨਾਂ ਨਾਲ ਜੋ ਮਜ਼੍ਹਬੀ ਸਿੰਘਾ ਬੁੰਗਾ ਹੈ, ਸ਼੍ਰੋਮਣੀ ਕਮੇਟੀ ਨਾਲ ਜੋ ਵਿਵਾਦ ਚੱਲਦਾ ਆ ਰਿਹਾ ਲੰਬੇ ਸਮੇਂ ਤੋਂ, ਉਹਨਾਂ ਨਾਲ ਇਸ ਬਾਰੇ ਵਿਚਾਰ ਚਰਚਾ ਹੋਈ। ਉਹਨਾਂ ਨੇ ਬੜੇ ਹੀ ਵਿਸਥਾਰਪੂਰਵਕ ਇਸ ਬਾਰੇ ਸਾਨੂੰ ਗੱਲਬਾਤ ਦੱਸੀ ਹੈ। ਸੋ ਕੈਮਰਾਮੈਨ ਵਿਕਰਮ ਸਿੰਘ ਤਰਨਤਾਰਨ ਦੇ ਨਾਲ ਮੇਜਰ ਸਿੰਘ, ਧੰਨਵਾਦ।